नाम विसार लगे अन लालच। बिरथा दसराणी वाहिगुरु 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 सब सुख दाता राम है, सब सुख दाता राम है, सब सुख दाता राम है, सब सुख दाता राम है। दूसर नाम न कोई वाहिगुरु 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 वाहिगुरु। परम सत्कारयोग गुरु की साजी निवाजी साध संगत जी, हर रोज की तरह इतिहास दीयां कड़ियां नाल आप जी इस वेले जुड़ रहे हो। निर्मल पंथ की गौरव गाथा का महान तपस्वी तत्वेत्यां का भरिया होया परोपकार का इतिहास आप सारी संगत सरवण करते हो। प्यार सहित सारी संगत आखो जी वाहिगुरु जी का खालसा वाहिगुरु जी की फतेह। कल दे आपां प्रसंग विच सरवण कर रहे सी कि निर्मले महात्मा महापुरख साधु जन गुरुद्वारा सुधार लहर दे विच 1919-20-21 के दरमियान बड़ियां इतिहासक पुलांघां पुट्टियां। जैतों के मोर्चे दे विच महापुरखां ने हिस्सा पाया, शहीदी जथे लैके जाते रहे और सत्कारयोग साध संगत गुरुद्वारा प्रबंधक कमेटी जिस विच महान निर्मले महापुरख मैंबर साहबान के तौर पर कमेटियां विच सेवा निभाते रहे। निर्मले महात्मा महापुरख इस विरसे तो भी दूर नहीं होए कि बड़ियां बड़ियां महान शहीदियां पाइयां, धर्म की आन शान लई। सत्कारयोग साध संगत अनंत सेवावां महापुरखां ने कीतियां। राजनीतिक ते धार्मिक पदवियां ते भी निर्मले महात्मा सेवा करते रहे। सो ये सारी निर्मल पंथ की गौरव गाथा का हिस्सा है।
ਹਰੇਕ ਖੇਤਰ ਦੇ ਵਿੱਚ ਮਹਾਂਪੁਰਖਾਂ ਨੇ ਸੇਵਾ ਨਿਭਾਈਆਂ। ਆਪ ਜੀ ਬਾਖੂਬੀ ਸਰਵਣ ਕਰਦੇ ਆ ਰਹੇ ਹੋ। ਅਗਲਾ ਜੋ ਪ੍ਰਸੰਗ ਆ ਰਿਹਾ ਹੈ, ਸ੍ਰੀ ਨਿਰਮਲ ਪੰਚੈਤੀ ਅਖਾੜੇ ਦੀ ਸਥਾਪਨਾ। ਕਿਉਂਕਿ ਕਮ ਸੇ ਕਮ ਗੁਰੂ ਸਾਹਿਬ ਤੋਂ ਲੈ ਕੇ ਜੋ ਪਰੰਪਰਾਗਤ ਸੇਵਾਵਾਂ ਚੱਲਦੀਆਂ ਆ ਰਹੀਆਂ ਹਨ, ਫਿਰ ਇੱਕ ਨਿਰਮਲੇ ਮਹਾਤਮਾ ਦਾ ਹੈੱਡਕੁਆਟਰ ਥਾਪਿਆ ਗਿਆ, ਜਿੱਥੋਂ ਕਿ ਹਰੇਕ ਮਹਾਂਪੁਰਖ ਦੀ ਸੀਨੇ ਬਸੀਨੇ ਇਤਿਹਾਸਕ ਕੜੀ ਚਲਦੀ ਰਹੀ। ਸੋ ਉਸ ਨਿਰਮਲ ਅਖਾੜੇ ਦੀ ਸਥਾਪਨਾ ਕਿਸ ਪ੍ਰਕਾਰ ਹੋਈ, ਆਪ ਜੀ ਇਸ ਇਤਿਹਾਸ ਤੋਂ ਵੀ ਆਪ ਜੀ ਜਾਣੂ ਹੋਵੋਗੇ, ਤਾਂ ਕਿ ਜਿਵੇਂ ਸਾਡੇ 5 ਤਖਤ ਨੇ, ਇਵੇਂ ਹੀ ਨਿਰਮਲ ਪੰਚੈਤੀ ਅਖਾੜਾ ਕਨਖਲ ਹਰਿਦੁਆਰ। ਦੁਨੀਆ ਭਰ ਵਿੱਚ ਜਿੰਨੇ ਨਿਰਮਲੇ ਮਹਾਤਮਾ ਮਹਾਂਪੁਰਖ ਹਰੇਕ ਖੇਤਰ ਵਿੱਚ ਸੇਵਾਵਾਂ ਕਰਦੇ ਹਨ, ਅਖਾੜੇ ਦੀ ਨਿਗਰਾਨੀ ਦੇ ਹੇਠ ਸਾਰੀਆਂ ਸੇਵਾਵਾਂ ਬਾਖੂਬੀ ਚਲਦੀਆਂ ਹਨ। ਸੋ ਆਓ ਇਸ ਇਤਿਹਾਸ ਨੂੰ ਅਸੀਂ ਪ੍ਰਾਰੰਭ ਕਰਦੇ ਹਾਂ। ਇਸੇ ਹੀ ਨਿਰਮਲ ਪੰਥ ਦੀ ਗੌਰਵ ਗਾਥਾ ਦਾ ਇਹ ਹਿੱਸਾ ਹੈ ਕਿ ਮਹਾਂਪੁਰਖਾਂ ਦਾ ਇਹ ਪੰਚੈਤੀ ਅਖਾੜਾ ਕਿਸ ਪ੍ਰਕਾਰ ਤਾਮੀਰ ਹੋਇਆ, ਕਦੋਂ ਹੋਇਆ। ਪਿਆਰ ਸਹਿਤ ਆਓ ਇਸ ਇਤਿਹਾਸ ਨੂੰ ਸਰਵਣ ਕਰੋ। ਜਿੰਨੀ ਲਾਈਵ ਸੰਗਤ ਜੁੜ ਚੁੱਕੀ ਹੈ ਉਹ ਵੀ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਨਿਰਮਲੇ ਮਹਾਤਮਾ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸਤਿਗੁਰੂਆਂ ਦੀ ਸੇਵਾ ਵਿੱਚ ਉਪਸਥਿਤ ਰਹੇ। ਸਤਿਗੁਰੂਆਂ ਦੇ ਉਪਦੇਸ਼ ਹਿਰਦੇ ਵਿੱਚ ਧਾਰਨ ਕੀਤੇ ਅਤੇ ਕਿਰਿਆਤਮਕ ਰੂਪ ਵਿੱਚ ਕਮਾਉਂਦੇ ਰਹੇ। ਨਾਮ ਸਿਮਰਨ ਬ੍ਰਹਮ ਚਿੰਤਨ ਕਰਦੇ ਰਹੇ। ਸੰਸਾਰ ਦੇ ਪਦਾਰਥਾਂ ਨਾਲ ਇੰਨਾ ਲਗਾਓ ਨਾ ਰੱਖਣ ਦਾ ਸੰਕਲਪ ਕਰਦੇ ਰਹੇ ਵੀ ਜ਼ਿਆਦਾ ਪਦਾਰਥਾਂ ਦੀ ਇਕੱਤਰਤਾ ਨਾ ਕੀਤੀ ਜਾਏ, ਜ਼ਿਆਦਾ ਸ਼ੁਭ ਪਦਾਰਥਾਂ ਦੀ ਇਕੱਤਰਤਾ ਕੀਤੀ ਜਾਏ, ਜਿਵੇਂ ਸੇਵਾ, ਪਰ ਉਪਕਾਰ, ਸਿਮਰਨ ਕਰਨਾ, ਸਿਮਰਨ ਕਰਾਉਣਾ, ਧਰਮ ਸ਼ਾਸਤਰਾਂ ਦਾ ਪੜ੍ਹਨਾ ਪੜ੍ਹਾਉਣਾ, ਗ੍ਰੰਥਾਂ ਦਾ ਲਿਖਣਾ, ਗੁਰਦੁਆਰਿਆਂ ਦੀ ਸੰਭਾਲ ਸੇਵਾ, ਅਨੇਕ ਪ੍ਰਕਾਰ ਦੇ ਪਰ ਉਪਕਾਰ ਰੂਪੀ ਪਦਾਰਥਾਂ ਦਾ ਵਾਧਾ ਕਰਦੇ ਰਹੇ। ਕੇਵਲ ਵਿਦਿਆ ਅਧਿਐਨ ਕਰਨਾ ਤੇ ਕਰਾਉਣਾ, ਨਾਮ ਜਪਣਾ ਜਪਾਉਣਾ ਸਾਰੇ ਮਹਾਂਪੁਰਖਾਂ ਦਾ ਹੀ ਕੰਮ ਰਿਹਾ। ਡੇਰੇ ਬਣਾਉਣੇ, ਧਨ ਪਦਾਰਥ ਸੰਗ੍ਰਹਿ ਕਰਨਾ, ਜ਼ਮੀਨਾਂ ਜਗੀਰਾਂ ਦੀ ਪ੍ਰਾਪਤੀ ਵਾਸਤੇ ਕਦੀ ਸੋਚਿਆ ਵਿਚਾਰਿਆ ਵੀ ਨਹੀਂ। ਇਹ ਜਿੰਨੀਆਂ ਵੀ ਪ੍ਰਾਪਰਟੀਆਂ ਬਣੀਆਂ ਹਨ ਸਾਧ ਸੰਗਤ ਅਸਥਾਨਾਂ ਦੀਆਂ, ਇਹ ਨਹੀਂ ਕਿ ਅਖਾੜੇ ਦੀ ਪ੍ਰਾਪਰਟੀ ਹੈ, ਨਹੀਂ। ਬੜੇ ਬੜੇ ਰਾਜੇ ਮਹਾਰਾਜਿਆਂ ਨੇ ਇਹ ਜ਼ਗੀਰਾਂ ਦਿੱਤੀਆਂ, ਪ੍ਰਾਪਰਟੀਆਂ ਦਿੱਤੀਆਂ। ਬੜੇ ਬੜੇ ਦਾਨੀ ਸੱਜਣਾ ਨੇ ਇਹ ਸੇਵਾਵਾਂ ਕੀਤੀਆਂ, ਪਰੰਤੂ ਮਹਾਂਪੁਰਖਾਂ ਵੱਲੋਂ ਆਪਣੇ ਐਸੇ ਉਪਰਾਲੇ ਇਸ ਪੱਖ ਵਿੱਚ ਨਹੀਂ ਕੀਤੇ ਗਏ। ਉਹਦਾ ਕਾਰਨ ਸੀ ਸਾਰਾ ਦਿਨ ਪਰ ਉਪਕਾਰੀ ਜੀਵਨ ਤੋਂ ਵੇਲ ਹੀ ਰੱਖਣਾ। ਸੋ ਇਸ ਕਰਕੇ ਇੰਨਾ ਜ਼ਿਆਦਾ ਇਸ ਪਾਸੇ ਨਹੀਂ ਸੋਚਦੇ ਰਹੇ। ਸੋ ਵੀਤਰਾਗ ਵਿਰਕਤ ਮਹਾਤਮਾ, ਜਿਵੇਂ ਸਾਡੇ ਗੁਰਦੇਵ ਪਿਤਾ ਜੀ ਆਪ ਜੀ ਨੇ ਸੁਣਿਆ ਸੀ ਕਿ ਉਹ ਵੀ ਜੈਤੋਂ ਦੇ ਮੋਰਚੇ ਵਿੱਚ ਬਹੁਤ ਵੱਡੇ ਜਥੇ ਦੇ ਵਿੱਚ ਵੱਡੇ ਮਹਾਂਪੁਰਖ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਨਾਲ
ਜਥਿਆਂ 'ਚ ਗਏ, ਸਾਰੀ ਜ਼ਿੰਦਗੀ ਵਿਰਕਤ ਰਹੇ। ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦਾਦਾ ਗੁਰੂ ਜੀ, ਉਹ ਵੀ ਪੂਰਨ ਵਿਰਕਤ ਰਹੇ, ਬਿਲਕੁਲ ਚੋ ਦੇ ਵਿੱਚ ਬੈਠੇ ਰਹਿਣਾ। ਜਤ ਸਤ ਤਪ ਦੇ ਪ੍ਰੋਪਰ ਧਾਰਨੀ ਸਨ ਉਹ। ਤੇ ਜਦੋਂ ਧਰਮ ਤੇ ਕੋਈ ਵੀ ਮੁਸੀਬਤ ਬਣੀ ਤੇ ਐਸੇ ਵਿਰਕਤ ਮਹਾਤਮਾ ਨਾਮ ਜਪਣ ਵਾਲਿਆਂ ਨੇ ਵੀ ਸਾਧ ਸੰਗਤ ਮੋਰਚਿਆਂ ਵਿੱਚ ਹਿੱਸਾ ਪਾਇਆ। ਇਸ ਲਈ ਬੜੇ ਬੜੇ ਵੀਤਰਾਗ ਵਿਰਕਤ ਮਹਾਤਮਾ ਤੀਰਥਾਂ ਅਤੇ ਕੁੰਭ ਮੇਲਿਆਂ ਤੇ ਜਾਂਦੇ, ਜਿੱਥੇ ਜਿੱਥੇ ਮਨ ਕਰਦਾ ਠਹਿਰ ਜਾਂਦੇ, ਖੇਤਰਾਂ ਵਿੱਚੋਂ ਭੋਜਨ ਲੈ ਕੇ ਛਕ ਲੈਂਦੇ। ਨਿਰਮਲੇ ਸੰਤਾਂ ਦਾ ਪੁਰਾਤਨ ਤੀਰਥ ਹਰਿਦੁਆਰ, ਨਾਸਕ, ਪ੍ਰਯਾਗਰਾਜ, ਉਜੈਨ, ਕੁਰੂਕਸ਼ੇਤਰ ਆਦਿਕ ਉੱਪਰ ਆਪਣਾ ਕੋਈ ਆਸ਼ਰਮ ਨਹੀਂ ਸੀ। ਇਸ ਵਾਸਤੇ ਇਹਨਾਂ ਤੀਰਥਾਂ ਉੱਪਰ ਸਮੇਂ ਦੇ ਪਰਿਵਰਤਨ ਨਾਲ ਡੇਰੇ ਵੀ ਕਾਇਮ ਕਰਨੇ ਪਏ ਅਤੇ ਨਿਰਮਲ ਪੰਚਾਇਤੀ ਅਖਾੜਾ ਵੀ ਸਥਾਪਿਤ ਕਰਨਾ ਪਿਆ, ਕਿਉਂਕਿ ਕਮ ਸੇ ਕਮ ਕੋਈ ਮੂਲ ਸਥਾਨ ਹੋਵੇ ਜਿੱਥੋਂ ਸਾਰੇ ਪਾਸੇ ਸਾਧ ਸੰਗਤ ਪ੍ਰਚਾਰ ਪ੍ਰਸਾਰਣ ਦੀ ਸੇਵਾ ਚੱਲਦੀ ਰਹੇ। ਸਮੇਂ ਅਨੁਸਾਰ ਸਾਰੇ ਭੇਖਾਂ ਵਿੱਚੋਂ ਸਮਦ੍ਰਿਸ਼ਟੀ ਵਾਲੀ ਭਾਵਨਾ ਖਤਮ ਹੋਣ ਲੱਗੀ। ਦਿਨੋਂ ਦਿਨ ਨਫ਼ਰਤ, ਈਰਸ਼ਾ, ਦਵੈਸ਼ ਵਧਣ ਲੱਗੀ। ਇਸ ਵਾਸਤੇ ਅਨਿਆਂ ਭੇਖਾਂ ਦੇ ਸਾਧੂ ਨਿਰਮਲੇ ਵਿਰਕਤ ਮਹਾਂਪੁਰਖਾਂ ਨਾਲ ਈਰਖਾ ਨਾ ਕਰਨ ਲੱਗੇ, ਕੁਵਾਕ ਬੋਲਣ ਲੱਗੇ ਦੂਸਰੇ ਮਤਾਂ ਦੇ ਲੋਕ। ਇੱਥੋਂ ਤੱਕ ਕਿ ਜਦੋਂ ਕੋਈ ਨਿਰਮਲਾ ਸੰਤ ਇਹਨਾਂ ਦੇ ਆਸ਼ਰਮ ਵਿੱਚ ਭੋਜਨ ਪਾਉਣ ਜਾਂਦਾ ਤਾਂ ਉਂਗਲਾਂ ਦੀ ਕੈਂਚੀ ਬਣਾ ਕੇ ਕਹਿੰਦੇ, ਚੋਟੀ ਦਿਓ, ਰੋਟੀ ਲਾਓ। ਕਿਉਂਕਿ ਜਿੰਨੇ ਵੀ ਨਿਰਮਲੇ ਮਹਾਂਪੁਰਖ ਸਨ, ਸਾਰੇ ਦੇ ਸਾਰੇ ਕੇਸਾਧਾਰੀ ਸਨ, ਕੇਸਾਧਾਰੀ ਹਨ। ਇਸ ਲਈ ਜਦੋਂ ਉਹਨਾਂ ਆਸ਼ਰਮਾਂ ਸਥਾਨਾਂ ਤੇ ਭੋਜਨ ਵਾਸਤੇ ਜਾਂਦੇ ਤੇ ਉਹ ਉਂਗਲ ਨਾਲ ਉਹ ਇਸ਼ਾਰਾ ਕਰਦੇ ਵੀ ਚੋਟੀ ਦਿਓ ਤੇ ਰੋਟੀ ਲਾਓ। ਮਤਲਬ ਕਹਿਣ ਦਾ ਕਿ ਇੰਨੇ ਜ਼ਿਆਦਾ ਤਵਸਬੀ ਹੋ ਗਏ, ਆਪਣੇ ਮਜ਼ਹਬਾਂ ਦੇ ਕੱਟੜ ਹੋ ਗਏ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਤਾਂ ਸਿੱਖ ਦਾ ਅੰਦਰੋਂ ਕਾੜੀ ਤੋੜ ਦਿੱਤਾ ਹੈ। ਨਾ ਕੋ ਵੈਰੀ ਨਾਹੀਂ ਬੇਗਾਨਾ ਸਗਲ ਸੰਗ, ਹਮਕੋ ਬਨ ਆਈ। ਲੰਗਰਾਂ ਦੀ ਪ੍ਰਥਾ ਦੇਖੋ, ਸਾਰੇ ਪਾਸੇ ਸਾਂਝੀ ਵਾਲਤਾ, ਗੁਰਦੁਆਰਿਆਂ ਦੇ 4-4 ਦਰਵਾਜ਼ੇ। ਫਿਰ ਮਹਾਰਾਜ ਬਾਣੀ 'ਚ ਬਚਨ ਕੀਤੇ, ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ। ਕੋਈ ਵੀ ਗਾਵੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਰਤਨ। ਕਦੇ ਦੇਖਿਆ ਤੁਸੀਂ ਵੀ ਨੀਵੀਂ ਜਾਤ ਵਾਲਾ ਕੀਰਤਨ ਨਹੀਂ ਕਰ ਸਕਦਾ? ਕੋਈ ਕਦੇ ਸੁਣਿਆ ਅੱਜ ਤੱਕ ਵੀ ਕੋਈ ਐਸੀ ਜਾਤ ਵਾਲਾ ਕਥਾ ਨਹੀਂ ਕਰ ਸਕਦਾ? ਕਿਸੇ ਦੀ ਜਾਤ ਪੁੱਛੀ ਜਾਂਦੀ ਹੈ, ਤੇਰੀ ਜਾਤ ਕੀ ਹੈ, ਤੂੰ ਕੀਰਤਨ ਕਰਨਾ ਸਾਡੇ ਦੀਵਾਨ ਵਿੱਚ? ਨਹੀਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਗੁਰੂ ਦਾ ਪਿਆਰਾ ਕੋਈ ਵੀ ਕੀਰਤਨ ਤੇ ਸ਼ਬਦ ਦਾ ਲੰਗਰ ਵਰਤਾਏ। ਹਰੇਕ ਅਮੀਰ ਗਰੀਬ ਇੱਕ ਥਾਂ ਤੇ ਬੈਠ ਕੇ ਇਕੱਤਰਤਾ ਨਾਲ, ਸ਼ਰਧਾ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਨ ਕਰਨਾ ਔਰ ਪਿਆਰ ਦੇ ਨਾਲ ਕੀਰਤਨ ਤੇ ਕਥਾ ਦਾ ਸਰਵਣ ਕਰਨਾ। ਇਸ ਵਾਸਤੇ ਇਹ ਤਵਸਬੀ ਲੋਕ ਸਨ ਸਾਰੇ ਕਿ ਜਿਹੜੇ ਕਹਿੰਦੇ ਸਨ ਚੋਟੀ ਦਿਓ, ਭਾਵ ਕੇ ਆਪਣੇ ਵਾਲ ਕੱਟੋ ਤੇ ਰੋਟੀ ਲਾਓ। ਪਰ ਗੁਰੂ ਨਾਨਕ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਘਰ ਦਾ ਸਿੱਖ ਰੋਟੀਆਂ ਦੇ ਬਦਲੇ ਚੋਟੀਆਂ ਨਹੀਂ ਕਟਵਾਉਂਦਾ। ਹਾਂ, ਇਹਨਾਂ ਦੀਆਂ ਚੋਟੀਆਂ ਬਚਾਉਣ ਵਾਸਤੇ ਬਹੁਤ ਜ਼ਿਆਦਾ ਗੁਰਸਿੱਖਾਂ ਨੇ ਬਲੀਦਾਨ ਦਿੱਤਾ ਹੈ। ਆਖੋ ਸਤਨਾਮ। ਇਹ ਲੋਕ ਭੁੱਲ ਜਾਂਦੇ ਨੇ ਐਡੇ ਵੱਡੇ ਪਰਉਪਕਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ। ਛੋਟੀ ਜਿਹੀ ਉਮਰ ਸੀ ਜਦੋਂ ਗੁਰੂ ਸਾਹਿਬਾਂ ਨੇ ਕਿਹਾ, ਇਹਨਾਂ ਨੇ
एक हथ विच जनेऊ ते दूजे हथ विच चोटी फड़ के साध संगत इन्हां पंडितां ने फरियादी होके आख्या सी, महाराज साडे जनेऊ दी ते चोटी दी रक्षा करो, सानू ते धक्के नाल मुसलमान बनाया जांदा है। ना उदों कोई घोड़े ते चढ़ सकदा सी, ना चोटी रख सकदा सी, ना वेद पढ़ सकदा सी, ना हमन कर सकदा सी। और अज इन्हां नूं इन्नियां जड़ियां आज़ादियां ने ये गुरु के प्यारियां ते गुरु साहिबां ने दित्तियां ने। खैर हरेक आपो अपने धर्म विच कट्टड़ हुंदा है। सत संगत इस वास्ते वो ऐं करके इशारा करते सन भी चोटी दिओ ते रोटी लो। अजय अपमानजनक शब्द सुबह शाम सुनने पैंदे सन। इस वास्ते क्योंकि कोई डेरा स्थान नहीं बनाया, कोई प्रॉपर्टी नहीं बनाई। निर्मले संतां दा स्वै अभिमान भी जाग पिया। ज्ञानी ज्ञान सिंह जी ने लिखिया है, दसम गुरु के जे सिख साधु, तहां बेअंगम जात आबादू, पैसा पास न जो रखे हैं, अक्सर भोजन पायो चह हैं, झंडे खड़े करत हैं जाई, साध उदासी और गुसाई, लंगर दी देवत लंगर भी देवत बड़ वै हैं, निज निज भेखण तई सब है, सिंह नाम वारे जग गुन कै, भोजन पावन चह उनकै, कैंची अग्यों सो दिखै हैं, मुंड मुडाओ खाओ कह हैं, ताने और अधिकता दै कै, बेसिद की सिंह पुजलै कै, मुंड मुंड निज साधु बनै है, एक घाटा सिंगन में पै है। इस वास्ते श्री अमृतसर, तरनताਰਨ, कुरुक्षेत्र, हरिद्वार, ऋषिकेश, प्रयाग, कांशी आदि तीर्थां च आश्रम, डेरे, मठ कायम करने आरंभ कर दिते गए। आज डेरावाद बोल के कई प्रचारक शायद इतिहास तो इन्ने गहरे डूंघे नहीं उतरते लगते। मैं बेनती करांगा कि इतिहास दीआं पुरातन कड़ियां नूं पढ़ के बोलो भाई, ताकि ओही महापुरुषां दे स्थान, डेरे, आश्रम, मठ ने जिन्हां ने श्री गुरु नानक देव महाराज कलगीधर सच्चे पातशाह दीआं सीसां लैके इन्ना लम्मा समा गुरु साहिब तो लैके 500-550 साल तक लगातार इन्हां ने साध संगत गुरमत दा, गुरबाणी दा प्रचार किया। लखां संगतां नूं गुरु नानक दे घर दे बंदी बनाया। और सत्कारयोग साध संगत आप जी इतिहास सुनिया, किन्ने गुरुद्वारियां दी खोज की, खोज ही नहीं की, किन्ने गुरुद्वारे तमीर किए। हरेक खेतर विच आप जी सुनते आ रहे हो कि इन्हां महापुरखां ने आहूतियां पाईयां, कंट्रीब्यूशन किया। इस प्रकार नाल ਇਹ ਸਥਾਨ ਇਹ ਪੁਰਾਤਨ ਮਹਾਂਪੁਰਖਾਂ ਦੇ ਚਲੇ ਆ ਰਹੇ ਬਣਾਉਣੇ ਪਏ। ਸਾਧ ਸੰਗਤ ਆਪਣੀ ਗੈਰਤ, ਆਪਣੀ ਇੱਜ਼ਤ ਹਰੇਕ ਨੂੰ ਆਪ ਬਣਾਉਣੀ ਪੈਂਦੀ ਹੈ। जब कोई कैंची लैके कहे भी तुसी वाल कटाओ तो रोटी देंगे, तो महाराज कहते जे जीवे पत लथी जाए सब हराम, जेता किछ खाए, किवें महापुरख रह सकते सी। साध संगत जे असी कहने हैं पंज ककार सिख दी निशानी है, तो केस गुरु दी मोहर है। इस करके साध संगत जिथे उन्होंने कंगा, कड़ा, केस, कृपान, कशहरा, कोपीन आदि पहने, पर यह नहीं कला भेख ही रखे। आप जी एडा लमेरा इतिहास सुनते आ रहे हो कि बड़िया बड़िया सेवावां कीतियां। ये स्थान साडियां यूनीवर्सिटियां हैं।
समय समय अनुसार कई तरह नाल कोई प्रबंधक ऐसे अच्छे भी आ जाते हैं, पर कुछ ऐसे भी होंगे कि जेड़े कलियां प्रॉपर्टियां तो केवल खाना दाना ही रखते हैं। ये सारे धर्मां मजमां च हुंदा है। परंतु खैर जदों साध संगत स्वैभिमान नाल तीर्थां की यात्रा कुंभ मेले करन वास्ते पहली इकत्तरता, कितनी पुरानी गल है साध संगत, 200 साल पुरानी गल, 1816 बिक्रमी 1759 ईस्वी विच हो गई सी। इस तो मगरों संमत 1822 बिक्रमी 1765 ईस्वी की अर्ध कुंभी हरिद्वार उत्ते 1828 बिक्रमी 1771 ईस्वी हरिद्वार के कुंभ मेले ते निर्मले वरतां दीआं इकत्तरतावां होईयां। इन्हां जोड़ मेलियां ते कदे किते सभा लगदियां रहियां, पर कोई पक्का थां नहीं सी। इन्हां सभावां दे लगण नाल ही पता लग गया कि सभावां करन विच किन्ना लाभ है। साध संगत हर एक संप्रदाय जिवें कि निहंग सिंह जथेबंदियां अपने दल फेरदियां ने, सारे हिंदुस्तान विच स्टेटां विच दल चलदा है, संप्रदा दा प्रचार हुंदा है, गुरु दे नाम दा बाणी दा प्रचार हुंदा है, गुरसिੱਖੀ दा प्रचार हुंदा है। ये तो भला समझिए कि जिवें असी बीमार होइए ते हॉस्पिटल जाके किसी डॉक्टर कोल अपना इलाज करिए, ते जे डॉक्टर चलदा फिरदा हस्पताल लैके तुरिया फिरे ते साध संगत फिर घर घर विच इलाज हो जाता। इस प्रकार संप्रदावां ते दल पंथ जिहड़े सन ये चक्रवर्ती होके सेवावां करते रहे। सो उस टाइम फिर महापुरखों ने वाचा जेकर पक्का स्थान होवे तां किन्ना सुख आराम होवे, क्योंकि आप जी नूं पता है कि किसी जगह ते भी कोई कच्चा प्रबंध करके तंबू लगाए ने, कोई कखां दियां कुटिया बनाईयां, महात्मा ते एवें रह लैंदे, दास भी एवें ही रहा किन्ना लंबा समा इत्थे आउण तो पहले। सो साध संगत कई बार बारिश ज़्यादा आ जाए, अंधेरी आ जाए, हैं जी, ते कई ग्रंथ मानना करो किते महाराज का प्रकाश भी हो सकता है, चंगे चंगे ग्रंथ या होर अनेकों प्रकार का भोजन भंडारा होवे, आस्त व्यस्त हुंदा। इस करके फिर उत्थों विरक्त महात्मा महापुरखां निर्मलियां ने एकत्रित हो करके ये परामर्श किया। 1777 ईस्वी की हरिद्वार अर्धकुंभी ते सभा लाउण का विचार बनाया गया, पर लंगर का प्रबंध ना होने करके सभा का थोड़ा ही प्रबंध किया। इस समय प्रेमियों ने अजिही अणथक सेवा की, लंगर ना होने का अनुभव ही नहीं होने दिता। सम्मत 1840 1783 ईस्वी दे हरिद्वार कुंभ ते चंगे चंगे विद्वान पंडित निर्मले महापुरख पहुंचे, जिन्हां विचों पंडित गुलाब सिंह जी करता मोक्ष पंथ प्रकाश, पंडित सदा सिंह जी अद्वैत सिद्धि जिन्हां ने बड़े चोटी के ग्रंथों की रचना की है, सुगम सार चंद्रिका, टीकाकार कांशी पंडित निहाल सिंह जी जिन्हां जपजी साहब संस्कृत में टीका किया है, महापुरख उदों उत्थे सन, प्रसिद्ध हैं ये सारे। इस समय सपत सरोवर कैंप लगाया गया, कथा कीर्तन का रात दिन प्रवाह चलन लगा, क्योंकि ध्यान रहे जिथे जिथे भी महापुरख होण भी कुंभां दे विच भावें सारा टैंपरेरी प्रबंध हुंदा है, पर इक्को एक निर्मले महात्मा महापुरखां दी शाही निकलदी है कि जिहदे विच धन श्री गुरु ग्रंथ साहिब महाराज सच्चे पातशाह जी का स्वरूप सुंदर हौदे दे उत्ते प्रकाशमान करके और सुंदर छतर और बैंड बाजे ते लखां संगतां दे इकट्ठ दे विच अज भी निर्मले महात्मा इस तरह कुंभां दे विच बाइज्जत गुरु ग्रंथ साहिब जी की
ਸਾਧ ਸੰਗਤ ਯਾਤਰਾ ਸਮੇਂ ਹਰੇਕ ਧਿਆਨ ਰੱਖਿਆ ਜਾਂਦਾ। ਸੋ ਸਾਰੇ ਮਜ਼ਹਬਾਂ ਦੇ, ਸਾਰੇ ਸੰਪਰਦਾਵਾਂ ਦੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ੋਭਾ ਵੇਖਦੇ ਨੇ ਨਾ ਮਹਾਂਪੁਰਖ, ਕਹਿੰਦੇ ਨੇ ਵੀ ਕਮਾਲ ਹੈ ਬਈ, ਸਿੱਖਾਂ ਦੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਸੋਹਣੇ ਸੁਸ਼ੋਭਿਤ ਹੋ ਕੇ ਜਾ ਰਹੇ ਨੇ। ਆਖੋ ਸਤਨਾਮ। ਕੁੰਭਾਂ ਤੇ ਸਾਧ ਸੰਗਤ ਠੀਕ ਹੈ, ਆਪੋ ਆਪਣੀ ਸੰਪਰਦਾ ਮਤ ਮਤਾਂਤਰ ਨੇ। ਕਈ ਤੁਸੀਂ ਦੇਖਦੇ ਹੋ ਕਿ ਹਜ਼ਾਰਾਂ ਹੀ ਬਿਨਾਂ ਕੱਪੜਿਆਂ ਤੋਂ ਨਗਨ ਜਾ ਰਹੇ ਨੇ। ਮੈਂ ਇੱਥੇ ਬੇਨਤੀ ਕਰਾਂਗਾ, ਸਾਧ ਸੰਗਤ ਲਾਈਵ ਚੱਲ ਰਿਹਾ ਹੈ, ਸ਼ੋਭਾ ਨਹੀਂ ਪਾਉਂਦੇ। ਜਦੋਂ ਅਸੀਂ ਇੱਕ ਜਲੌ ਰੂਪ ਵਿੱਚ, ਇੱਕ ਜਲੂਸ ਰੂਪ ਵਿੱਚ ਜਾ ਰਹੇ ਹਾਂ, ਹਜ਼ਾਰਾਂ ਸੰਗਤਾਂ ਦਰਸ਼ਨ ਕਰ ਰਹੀਆਂ, ਤੇ ਆਪਾਂ ਨਿਰਵਸਤਰ ਹੋ ਕੇ ਜਾਈਏ, ਸਾਧ ਸੰਗਤ ਅੱਛੇ ਨਹੀਂ ਲੱਗਦੇ। ਖੈਰ, ਜਿੰਨੇ ਨਿਰਮਲੇ ਮਹਾਤਮਾ, ਕੋਈ ਇਸ ਤਰ੍ਹਾਂ ਵਾਲ ਨਹੀਂ ਖੋਲਦਾ, ਸਿਰ ਦਸਤਾਰੇ ਸਜਾਏ ਹੋਏ, ਚਾਹੇ ਗੋਲ ਚਾਹੇ ਚਿਣਵੇਂ, ਪੂਰੇ ਬਸਤਰ ਪਹਿਨੇ ਹੋਏ ਬੜੇ ਬੜੇ ਵਿਰਕਤ ਮਹਾਤਮਾ ਕੁੰਭਾਂ ਤੇ ਜਾਂਦੇ ਨੇ, ਪਰੰਤੂ ਸ਼ੋਭਾ ਪਾਉਂਦੇ ਨੇ ਕਿ ਤਨ ਜਿਹੜਾ ਹੈ, ਅਸੀਂ ਭਾਵੇਂ ਆਏ ਨਾਗੇ ਹੀ ਆ ਤੇ ਜਾਣਾ ਵੀ ਇੱਥੋਂ ਨਾਗੇ ਹੀ ਜਾਣਾ ਸਾਰਿਆਂ ਨੇ, ਪਰ ਫਿਰ ਵੀ ਸਾਨੂੰ ਬਸਤਰ ਪਹਿਨਣ ਦੀ ਸਾਰੀ ਜਿਹੜੀ ਲਿਆਕਤ ਹੋਣੀ ਚਾਹੀਦੀ ਹੈ, ਕਿਉਂਕਿ ਸਾਡਾ ਪੁਰਾਤਨ ਇਤਿਹਾਸ ਸਾਰਾ ਇਸੇ ਤਰ੍ਹਾਂ ਚੱਲਿਆ ਆ ਰਿਹਾ। ਕੋਈ ਮਹਾਤਮਾ ਬਿਲਕੁਲ, ਕੋਈ ਕੁ ਵਿਰਕਤ ਰਹੇ ਨੇ ਜਿਹੜੇ ਬਿਲਕੁਲ ਬੇਹੰਗਮ ਰਹੇ ਨੇ ਜਾਂ ਅਵਧੂਤ ਰਹੇ ਨੇ, ਕੋਈ ਇੱਕ ਆਦ, ਨਹੀਂ ਤਾਂ ਜ਼ਿਆਦਾਤਰ ਆਪਣਾ ਸਾਬਤ ਸੂਰਤ ਔਰ ਸੋਹਣਾ ਬਸਤਰ ਪਹਿਨ ਕੇ। ਇਹ ਜ਼ਰੂਰ ਹੈ ਕਿ ਮਹਾਤਮਾ ਨਿਰਮਲੇ ਭਗਵੇਂ ਬਸਤਰ ਪਹਿਨਦੇ ਨੇ, ਕੁਛ ਮਹਾਤਮਾ ਚਿੱਟੇ ਬਸਤਰ ਵੀ ਪਹਿਨਦੇ ਨੇ, ਤੇ ਕੁਛ ਮਹਾਤਮਾ ਕਾਲੇ ਬਸਤਰ, ਜਿਵੇਂ ਕਿ ਪੂਰੀ ਵਾਲੇ ਸੰਤ ਬਾਬਾ ਜੈਮਲ ਸਿੰਘ ਜੀ, ਬਾਬਾ ਗੁਰਦਿਆਲ ਸਿੰਘ ਜੀ ਆਦਿ, ਇਹ ਸੰਪਰਦਾ ਕਾਲੇ ਬਸਤਰ ਪਹਿਨਦੇ ਹਨ। ਇਹ ਸਾਰੇ ਨਿਰਮਲੇ ਮਹਾਤਮਾ। ਖੈਰ, ਬਸਤਰਾਂ ਦਾ ਕੋਈ ਏਡੀ ਵੱਡੀ ਗੱਲ ਨਹੀਂ ਹੈ, ਪਰ ਇਹ ਕਿ ਸਾਦਗੀ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਸਾਰਾ ਪ੍ਰਚਾਰ ਪ੍ਰਸਾਰਣ ਚੱਲਦਾ। ਸੋ ਇਸ ਸਮੇਂ ਸਬਤ ਸਰੋਵਰ ਕੈਂਪ ਲਗਾਇਆ ਗਿਆ, ਕਥਾ ਕੀਰਤਨ ਦਾ ਰਾਤ ਦਿਨ ਪ੍ਰਵਾਹ ਚੱਲਣ ਲੱਗਾ। ਮੈਂ ਤਾਈਓ ਇਹ ਟੂਕ ਮਾਤਰ ਕਿਹਾ ਕਿ ਕਥਾ ਕੀਰਤਨ ਦਾ ਪ੍ਰਵਾਹ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼। ਇਸ ਵਾਰ ਗੁਰਮਤਿ ਦਾ ਮਹਾਨ ਪ੍ਰਚਾਰ ਹੋਇਆ। ਇਸ ਸਮੇਂ ਲੰਗਰ ਦੀ ਸੇਵਾ ਮੈਣ ਦੁਆਬੀਏ ਸਰਦਾਰਾਂ ਨੇ ਸੰਭਾਲੀ। ਜਿੱਥੇ ਜਿੱਥੇ ਵੀ ਕਿਸੇ ਮਹਾਂਪੁਰਖ ਨਿਰਮਲੇ ਸੰਤ ਦਾ ਨਿਵਾਸ ਸੀ, ਇਹ ਲੰਗਰ ਉੱਥੇ ਹੀ ਪਹੁੰਚਾਉਂਦੇ ਰਹੇ। ਇਸ ਤਰ੍ਹਾਂ 1799 ਈਸਵੀ ਦੀ ਅਰਧ ਕੁੰਭੀ ਅਤੇ 1795 ਈਸਵੀ ਦਾ ਕੁੰਭ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਨਾਲੇ ਸਲਾਹ ਮਸ਼ਵਰੇ ਹੋਏ, ਭਰਵਾਂ ਦੀਵਾਨ ਹੁੰਦਾ ਸੀ, ਕਥਾ ਕੀਰਤਨ ਦਾ ਅਤ ਪ੍ਰਵਾਹ ਚੱਲਦਾ ਸੀ। ਇਸ ਵਾਰ ਡੇਰੇਦਾਰ, ਸੰਤ ਮਹੰਤ ਅਤੇ ਸਿੱਖ ਸੇਵਕ ਰਸਤਾਂ ਦੇ ਗੱਡੇ ਭਰ ਕੇ ਲਿਆਏ। ਅੱਜ ਵੀ ਇਹ ਵੀ ਲੰਗਰ ਖੁੱਲਾ ਡੁੱਲਾ ਚੱਲਿਆ। ਸੰਤ ਮਹਾਤਮਾ ਤੇ ਸੰਗਤਾਂ ਜਲ ਪਾਣੀ ਵੱਲੋਂ ਬੇਫਿਕਰ ਹੋ ਕੇ ਸਤਸੰਗ ਦਾ ਲਾਹਾ ਲੈਣ ਲੱਗੀਆਂ, ਕਿਉਂਕਿ ਦੋਨੋਂ ਹੀ ਇਹ ਪ੍ਰਥਾ ਨੇ ਗੁਰੂ ਘਰ ਵਿੱਚ, ਪੰਗਤ ਤੇ ਸੰਗਤ। ਇਸ ਕਰਕੇ ਪੰਗਤ ਦਾ, ਲੰਗਰ ਦਾ ਪ੍ਰਬੰਧ ਇਹ ਵੀ ਸਾਧ ਸੰਗਤ ਜ਼ਰੂਰੀ ਹੈ। ਅੱਜ ਵੀ ਜਿੰਨੇ ਨਿਰਮਲੇ ਮਹਾਤਮਾ ਦੇ ਅਸਥਾਨ ਨੇ, ਕੋਈ ਵੀ ਕਿਤੇ ਜਾਓ, ਸਾਧ ਸੰਗਤ ਭਾਵੇਂ ਮਧੂਕੜੀ ਲੈ ਕੇ ਆਵੇ ਮਹਾਤਮਾ, ਆਏ ਗਏ ਨੂੰ ਭੋਜਨ ਜ਼ਰੂਰੀ ਮਿਲਦਾ ਹੈ। ਸੋ ਇਹ ਗੁਰੂ ਘਰ ਦੀ ਮਰਿਆਦਾ ਦੀ ਪਾਲਣਾ ਇਹਨਾਂ ਮਹਾਂਪੁਰਖਾਂ ਨੇ ਬਾਖੂਬੀ ਲਾਗੂ ਰੱਖੀ ਹੈ। ਇਸੇ ਤਰ੍ਹਾਂ 1801 ਈਸਵੀ ਦੀ ਕੁੰਭੀ ਨਿਭ ਗਈ। 1807 ਈਸਵੀ ਦਾ ਕੁੰਭ ਮੇਲਾ ਆਇਆ
ਤੇ ਨਿਰਮਲੇ ਮਹਾਂਪੁਰਖਾਂ ਨੇ ਵਿਚਾਰ ਬਣਾਇਆ ਕਿ ਕੁੰਭ ਦੇ ਸਮਾਗਮ ਨੂੰ ਪੂਰੇ ਉਤਸ਼ਾਹ ਨਾਲ ਮਨਾਉਣ ਵਾਸਤੇ ਡੇਰੇਦਾਰ ਸੰਤਾਂ ਮਹੰਤਾਂ ਮਹਾਂਪੁਰਖਾਂ ਤੋਂ ਖੁੱਲ੍ਹੀ ਉਗਰਾਹੀ ਕੀਤੀ ਜਾਵੇ। ਵਿਚਾਰ ਕਰਨ ਦੀ ਦੇਰ ਸੀ, ਸਾਰੇ ਭੇਖ ਦੇ ਸੰਤਾਂ ਮਹਾਂਪੁਰਖਾਂ ਵੱਧ ਤੋਂ ਵੱਧ ਉਗਰਾਹੀ ਦਿੱਤੀ। ਸਾਰੀ ਪੂੰਜੀ ਇਕੱਠੀ ਕਰਕੇ ਇਸ ਵਾਰ ਬਾਬਾ ਦਰਗਾਹ ਸਿੰਘ ਜੀ ਦੇ ਡੇਰੇ ਰਿਹਾਇਸ਼ ਦੇ ਪ੍ਰਬੰਧ ਕੀਤੇ ਗਏ। ਦੀਵਾਨ ਤੇ ਲੰਗਰ ਲਾਇਆ ਗਿਆ ਅਤੇ ਰਿਹਾਇਸ਼ ਦਾ ਪ੍ਰਬੰਧ ਵੀ ਕੀਤਾ ਗਿਆ। ਕਥਾ ਕੀਰਤਨ ਗੁਰਬਾਣੀ ਦਾ ਹਰ ਸਮੇਂ ਪ੍ਰਵਾਹ ਚੱਲਣ ਲੱਗਾ। ਗੁਰਸਿੱਖ ਹੰਸ ਸਰੋਤੇ ਗੁਰਬਾਣੀ ਮਾਨ ਸਰੋਵਰ ਵਿੱਚੋਂ ਨਾਮ ਦੇ ਪ੍ਰਵਾਹ ਵਿੱਚ ਡੁੱਬੀਆਂ ਲਾ ਕੇ ਆਤਮਕ ਆਨੰਦ ਲੈਣ ਲੱਗੇ। ਇਸ ਕੁੰਭ ਮਹਾਂਪਰਵ ਤੇ ਮਹੰਤਾਂ ਸੰਤਾਂ ਸੰਗਤਾਂ ਸਦ ਗ੍ਰਸਤੀਆਂ ਦੀ ਰਿਹਾਇਸ਼, ਲੰਗਰ ਬਣਾਉਣ ਵਰਤਾਉਣ ਦੀ ਸਾਰੀ ਸੇਵਾ ਵਿਰਕਤ ਮਹਾਤਮਾ ਨੇ ਸੰਭਾਲੀ। ਵਿਰਕਤ ਮਹਾਂਪੁਰਖ ਕਮਰ ਕੱਸੇ ਲਾ ਕੇ ਰਾਤ ਦਿਨ ਇੱਕ ਕਰਕੇ ਸੇਵਾ ਵਿੱਚ ਤਤਪਰ ਰਹੇ। ਇਸ ਕੁੰਭ ਮੇਲੇ ਉੱਤੇ ਵਯੋ ਬ੍ਰਿਧ ਪੰਡਤ ਮਾਨ ਸਿੰਘ ਕਬੇਰ ਵਾਲੇ, ਪੰਡਤ ਨਿੱਕਾ ਸਿੰਘ ਜੀ, ਪੰਡਤ ਜਮੀਅਤ ਸਿੰਘ ਬਰਨਾਲੇ ਵਾਲੇ, ਮਹੰਤ ਮਸਤਾਨ ਸਿੰਘ ਜੀ ਮਹਾਰਾਜ ਵਾਲੇ, ਪੰਡਤ ਸਾਹਿਬ ਸਿੰਘ ਜੀ ਕਾਂਸ਼ੀ ਵਾਲੇ, ਸੰਤ ਚੇਤ ਸਿੰਘ ਕੈਥਲ ਵਾਲੇ, ਸੰਤ ਭਗਤ ਸਿੰਘ ਜੀ, ਸੰਤ ਰਣ ਸਿੰਘ ਜੀ, ਸੰਤ ਧਰਮ ਸਿੰਘ ਜੀ ਅੰਮ੍ਰਿਤਸਰ ਵਾਲੇ, ਪੰਡਤ ਨਿਹਾਲ ਸਿੰਘ ਜੀ ਜਪਜੀ ਸੰਸਕ੍ਰਿਤ ਦੇ ਟੀਕਾਕਾਰ, ਸੰਤ ਦੇਵਾ ਸਿੰਘ ਜੀ ਗੋਦੜੀਏ, ਅਹੀਆਪੁਰ ਵਾਲੇ ਆਦਿਕ ਪ੍ਰਸਿੱਧ ਸੰਤਾਂ ਦੇ ਕਥਾ ਕੀਰਤਨ ਅਤੇ ਲੰਗਰ ਦਾ ਕੁੰਭ ਮੇਲੇ ਦੇ ਯਾਤਰੀਆਂ ਉੱਤੇ ਦੀਰਘ ਪ੍ਰਭਾਵ ਪਿਆ। ਸੰਤਾਂ ਦਾ ਆਚਾਰ ਵਿਹਾਰ, ਰਹਿਤ ਮਰਿਆਦਾ, ਸੇਵਾ ਸਿਮਰਨ ਵੇਖ ਕੇ ਜਨ ਸਧਾਰਨ ਜਨਤਾ ਵਿਸ਼ੇਸ਼ ਕਰਕੇ ਨਾਨਕ ਪੰਥੀ ਅਤੇ ਸਿੱਖ ਤਾਂ ਚਰਨ ਸੇਵਕ ਬਣ ਗਏ। ਇਸ ਕੁੰਭ ਉੱਤੇ ਮਹਾਰਾਜਾ ਰਣਜੀਤ ਸਿੰਘ ਵੀ ਇਸ਼ਨਾਨ ਕਰਨ ਆਏ ਹੋਏ ਸਨ। ਜੋ ਪੰਡਤ ਨਿਹਾਲ ਸਿੰਘ ਜਪਜੀ ਸੰਸਕ੍ਰਿਤ ਟੀਕਾਕਾਰ ਦੀ ਗੁਰਬਾਣੀ ਦੀ ਕਥਾ ਸੁਣ ਕੇ ਪ੍ਰਸੰਨ ਹੋਏ। 1819 ਈਸਵੀ ਦਾ ਕੁੰਭ ਮਹਾਂਪਰਵ ਵੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਕੁੰਭ ਮੇਲੇ ਸੰਤ ਭਗਤ ਸਿੰਘ ਜੀ, ਪੰਡਤ ਸ਼ਮੀਰ ਸਿੰਘ, ਸੰਤ ਗੁਰਦਿਆਲ ਸਿੰਘ ਜੀ, ਸੰਤ ਸਰਦੂਲ ਸਿੰਘ ਜੀ, ਮਹੰਤ ਲੱਖਾ ਸਿੰਘ ਜੀ ਬਰਨਾਲੇ ਵਾਲੇ, ਸੰਤ ਰੋਚਾ ਸਿੰਘ ਜੀ, ਸੰਤ ਬੁੱਧ ਸਿੰਘ, ਸੰਤ ਅਜੀਤ ਸਿੰਘ ਜੀ, ਸੰਤ ਜੱਸਾ ਸਿੰਘ ਜੀ, ਸੰਤ ਮੋਹਰ ਸਿੰਘ ਜੀ, ਸੰਤ ਸੁਜਾਨ ਸਿੰਘ ਜੀ, ਸੰਤ ਤੋਤਾ ਸਿੰਘ ਜੀ ਠੀਕਰੀ ਵਾਲੇ, ਸੰਤ ਹਜੂਰਾ ਸਿੰਘ ਜੀ, ਸੰਤ ਜੋਗਾ ਸਿੰਘ ਜੀ, ਸੰਤ ਧਰਮ ਸਿੰਘ, ਸੰਤ ਚਾਨਣਾ ਸਿੰਘ ਜੀ, ਸੰਤ ਮਸਤਾਨ ਸਿੰਘ ਆਦਿਕ ਪ੍ਰਸਿੱਧ ਮਹਾਂਪੁਰਖ ਪੁੱਜੇ ਹੋਏ ਸਨ। ਕੁੰਭ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ, ਜਿਸ ਦਾ ਖੱਟ ਦਰਸ਼ਨ ਸਾਧੂ ਸਮਾਜ ਤੇ ਅਕਹਿ ਪ੍ਰਭਾਵ ਪਿਆ। ਮਤਲਬ ਇੱਕ ਹੌਲੀ ਹੌਲੀ ਪ੍ਰਚਾਰ ਦਾ ਕਾਰਵਾਂ ਚੱਲ ਪਿਆ। 1831 ਈਸਵੀ ਦੇਖੋ ਨਾ, 1769 ਤੋਂ 59 ਤੋਂ ਲੈ ਕੇ ਜਿਉਂ ਚੱਲਦੇ ਆ ਰਹੇ ਕੁੰਭਾਂ ਦੇ ਉੱਤੇ ਸਾਧ ਸੰਗਤ 1819 ਈਸਵੀ ਦਾ ਮਹਾਂਪਰਵ ਉਤਸ਼ਾਹ ਨਾਲ ਮਨਾਇਆ ਗਿਆ ਕੁੰਭ। ਫਿਰ 1831 ਈਸਵੀ ਵਿੱਚ ਮੁੜ ਬਾਬਾ ਦਰਗਾਹ ਸਿੰਘ ਜੀ ਦੇ ਡੇਰੇ ਵਿੱਚ ਕੁੰਭ ਮਹਾਂਪੁਰਬ ਮਨਾਇਆ ਗਿਆ। ਇਸ ਤੋਂ ਪਹਿਲਾਂ ਜਿੰਨੇ ਵੀ ਕੁੰਭ ਅਰਧ ਕੁੰਭੀਆਂ ਮਨਾਈਆਂ ਗਈਆਂ, ਕਿਸੇ ਮੇਲੇ ਤੇ ਧਵਜਾ ਨਹੀਂ ਸੀ ਖੜੀ ਕੀਤੀ। ਇਸ ਸਮੇਂ ਪਹਿਲੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕੇਸਰੀ ਨਿਸ਼ਾਨ ਖੜਾ ਕੀਤਾ ਗਿਆ। ਆਖੋ ਸਤਨਾਮ। ਇਸ ਕੁੰਭ ਪਰਵ ਤੇ ਸੰਤ ਜੋਗਾ ਸਿੰਘ ਜੀ, ਸੰਤ ਰੋਚਾ ਸਿੰਘ ਜੀ ਅੰਮ੍ਰਿਤਸਰ, ਸੰਤ ਰੋਚਾ ਸਿੰਘ ਜੀ ਖਡੂਰ ਸਾਹਿਬ, ਸੰਤ ਭਾਗ ਸਿੰਘ ਜੀ ਗੋਦੜੀਆਂ, ਸੰਤ ਦੌਲਤ ਸਿੰਘ ਜੀ ਠੀਕਰੀਵਾਲ, ਸੰਤ ਖਜਾਨ ਸਿੰਘ ਜੀ ਦੂਧਾਧਾਰੀ ਚੱਕਵਾਲਾ, ਸੰਤ ਮੰਨਾ ਸਿੰਘ ਜੀ, ਸੰਤ ਦਿਆਲ ਸਿੰਘ ਜੀ, ਸੰਤ ਹਜੂਰਾ ਸਿੰਘ ਜੀ, ਸੰਤ ਝੰਡਾ ਸਿੰਘ ਜੀ, ਸੰਤ ਸਰੂਪ ਸਿੰਘ ਜੀ, ਸੰਤ ਚਾਨਣਾ ਸਿੰਘ ਜੀ, ਸੰਤ ਲੱਖਾ ਸਿੰਘ ਜੀ, ਸੰਤ ਦੇਵਾ ਸਿੰਘ ਜੀ, ਅਨੇਕਾਂ ਵਿਦਵਾਨ ਮਹਾਤਮਾ ਇਕੱਤਰ ਤੋਂ ਇਹ ਮੁੱਖ ਮਹਾਂਪੁਰਖਾਂ ਦੇ ਨਾਮ ਦਿੱਤੇ ਗਏ ਨੇ। ਇਸੇ ਤਰ੍ਹਾਂ ਸੰਮਤ 1900 ਦਾ ਕੁੰਭ ਮੇਲਾ 1843 ਈਸਵੀ ਦਾ ਮਨਾਇਆ ਗਿਆ। ਕੇਸਰੀ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠਾਂ ਕਥਾ ਕੀਰਤਨ ਲੰਗਰ ਸਤਸੰਗ ਦਾ ਪ੍ਰਵਾਹ ਚੱਲਿਆ।
यात्री भोजन ਅਤੇ भजन का आनंद प्राप्त ਕਰਨ ਲੱਗੇ। निर्मल पंथ का जस कर रहे सन। इस समय बाबा गांधा सिंह जी बरनाला, संत तोता सिंह जी आदि जिन्ने भी महापुरख सन, सारे दे सारे साध संगत उत्थे एकत्रित सन। संत खड़क सिंह जी लम्मियां वाले, संत मस्तान सिंह जी महाराज वाले, संत सरवग सिंह जी नांगा, संत रण सिंह जी हरी के, संत बाबा मल सिंह जी पंडोरी वाले। ये जिहड़े संत बाबा मल सिंह जी पंडोरी वाले होए ने, इत्थों साडी घरेलू संप्रदा दा पिछोकड़ चलदा है। साडे पिता जी इस संप्रदा विच सन। संत देवा सिंह जी गोदड़िए, अहियापुर वाले ਅਤੇ देश भर के अनेक संत महापुरख विद्वान सज्जन पुजे हुए सन। इस समय जोड़ मेला पटियाले वाली हवेली विच कीता गया। मैन दुआबीए सरदारां ने उत्साह नाल सेवा की। हुण तक निर्मल भेख ने कथा कीर्तन प्रचार लंगर का घेरा केवल हरिद्वार तक ही नहीं सी। एक समय भेख दे मुखी संतां महंतां विचार बनाया कि इलाहाबाद के कुंभ महापर्व पर छाउणी ला के गुरमत का प्रचार करना चाहिए। गुरसिखां वास्ते, नानक पंथियां वास्ते लंगर का प्रबंध भी विशेष चाहिए। इस प्रस्ताव अनुसार 1845 ईस्वी के कुंभ के बंदे कोल छाउणी ला के केसरी निशान साहब खड़ा किया गया। दीवान विच शानदार पंडाल बना के स्टेज सजाई गई। उपर धन श्री गुरु ग्रंथ साहिब महाराज जी का प्रकाश किया गया। अखंड पाठ की लड़ी चल पई। सुबह शाम कथा कीर्तन वखियान होने लगे। देश के संत महंत पंडित विद्वान गुणी ज्ञानी पुज गए। इस समय 4000 महात्मा संत पुज के दर्शन दे रहे सन। खट दर्शन साधु समाज ਅਤੇ पूरब की जनता कथा कीर्तन विश्राम ते लंगर छक के अति प्रभावित हो रही सी। गुरु नानक देव जी महाराज की जय जयकार थां थां ते जकारे गज रहे सन। इस पर्व ते पुजे हजारां महापुरखां विचों कुछ प्रसिद्ध संतां महंतां विद्वानां गुणी ज्ञानियां दे नाम असी इत्थे दे रहे हैं। पंडित राम सिंह जी कबेरिए वाले, संत बाबा बोध सिंह जी, पंडित शमीर सिंह जी, पंडित स्वरूप सिंह जी। साध संगत देखो कितना पुराना इतिहास खोज करके भी इन्हां कुंभां ते ए महापुरख आए सन। एक एक महापुरख यूनीवर्सिटी वर्गा है। एडे एडे चोटी दे विद्वान ने। पंडित राम सिंह जी कांशी वाले, आप जी कल्ले कल्ले महात्मा का पिछे 5 सुच्चे मोती विच भी विचार सरवण करके आए हो। बाबा वीर सिंह जी महाराज नरंगाबाद वाले महापुरखों का जीवन भी सुनिया। किन्ना किन्ना उन्हां दा जप तप का प्रभाव, मतलब कि एक एक महात्मा एक एक यूनीवर्सिटी है। संत बाबा जोगा सिंह जी, संत झंडा सिंह जी, संत चेत सिंह जी पंडोरी वाले, संत गुलाब सिंह जी, संत गुरमुख सिंह जी, संत सरबग सिंह जी, संत निहाल सिंह जी लम्मा, अवधूत दीवान सिंह विरक्त डरौली वाले। कुछ कुछ महात्मा आप जी ने कहा भी अवधूत भी रहे ने। और विरकत तो मतलब होंदा जेड़े कख नहीं कोल रखते, केवल एक छोटा जिहा पात्र रखना, साध संगत उहदे च भोजन जल पानी लैके छक लैना, रात नूं जदों आराम करना एक कपड़ा जिहड़ा तेल लगा होया उहदे उत्ते दे के जां ईंट दा सरहाणा ला के आराम कर लेना। ऐसी अवधूत ते विरक्त आत्मा कुछ कुछ महात्मा बिल्कुल निर्लेप होए ने, जिहदे विचों साडे गुरदेव पिता जी जिन्हां ने सारी जिंदगी ना पैसा रखिया, ना अपने नां ते कोई स्थान बनाया, ना ही उन्हां दे गाती नूं कोई जेब सी जिहदे विचों कुछ पा लैण। केवल एक चिप्पी, 2 गातियां, सोहनी दस्तार, बस इतना उन्हां दा
प्रॉपर्टी सी, एक बस्तर धो लेना, एक पा लेना। सारी जिंदगी भजन सिमरन कीता, लखां जीवां नूं नाम अमृत छका के श्री गुरु नानक देव जी दे घर दे मार्ग दे बंदी बनाए। सत श्री अकाल। सो ऐसे महात्मा बड़े बीत राग महापुरख होए। संत सुदागर सिंह जी, संत वसावा सिंह जी, राजो माजरीए आदिक महापुरख पुजे ते उन्होंने शोभा बधाई। ये सारा इस वेले कुंभां दा वेरवा दिता जाना ते अखाड़े दा मुढ़ किवें वज्जा, ये उत्थे तक इतिहास सारा सरवण करो। 1849 विच हरिद्वार की अर्धकुंभी आई। 6 साल बाद अर्धकुंभी, 12 साल बाद कुंभ, ते चारे कुंभ, कुंभी 1.5 साल बाद, कुंभ 3 साल बाद, 4 ते 12। इस करके ये जिवें संमत सन बिल्कुल नज़दीक लग रहे ने। इस अर्धकुंभी ते भेख वालों निर्मले संतां ने रहैश कथा कीर्तन लंगर दा कोई प्रबंध ना कीता। कोई किते अन्य साधुओं के स्थानों में जाके ठहरे। इस वास्ते कई चंगे चंगे महापुरखों नूं भी अपमान सहन करना पिया। हरिद्वार की कुंभी, क्योंकि हरिद्वार एक हिंदुओं का बहुत पुरातन सदियों तो तीर्थ है, जिथे सन्यासी ते बैरागी बहुत घट ने, सन्यासी महात्मा ज़्यादा ने। सन्यासी जेड़े शंकराचार्य तो चले, उदासी महात्मा जेड़े बाबा श्री चंद जी तो चले ने, ते जेड़े बैरागी महात्मा ने ये श्री राम जी तो अपना पिछोकड़ मनते हैं। इस अर्धकुंभी ते ना तां निश्चय करवा दिता कि हरिद्वार आदिक तीर्थां ते अपना स्थान लंगर का कोई सत्कारयोग प्रबंध चाहिए। क्योंकि देखो श्री गुरु ग्रंथ साहिब महाराज जी का प्रकाश होवे, लाग शाग कोई बीड़ी सिगरट पींदा होवे, क्योंकि ज़्यादा तस्वी लोग जिहड़े ने वो कोई मतलब नहीं रखते। जिन्हां ने अपने ग्रंथ कच्छे मार लेने हैं, उन्होंने की मतलब श्री गुरु ग्रंथ साहिब जी नाल। सो सिख जिथे गुरु ग्रंथ साहिब जी का जिथे सिख होवे उत्थे गुरु ग्रंथ साहिब जी का प्रकाश हुंदा, जिथे गुरु ग्रंथ साहिब जी का प्रकाश होवे उत्थे सिख हुंदा। इस वास्ते ऐसियां कई मुसीबतां का जदों माहौल क्रिएट हो गया, तो फिर महापुरखों ने सोचा भी इत्थे कोई योग प्रबंध होना चाहिए। इस वास्ते हरिद्वार विच एक विशेष इकट्ठ बुलाया गया। निर्मल भेख के साधुओं गुरसिखां की रहैश लंगर का कोई योग प्रबंध किया जाए। इकट्ठ विच सारे देश के महान संत विद्वान मुखी निर्मले महापुरख एकत्रित होए, जिन्हां विचों हेठ लिखे महान प्रसिद्ध महापुरख श्रीमान बाबा महताब सिंह जी, कैमरा मारियो, सब तो पहला स्वरूप जिहड़ा है अखाड़े के सब तो पहले महात्मा महापुरख। तुसीं दर्शन करोगे तो देखोगे कि कितनी महान आत्मा है। सत्कारयोग श्रीमान संत बाबा महताब सिंह जी विरक्त, संत ध्यान सिंह जी झाड़ी वाले, संत गुलाब सिंह जी, संत साहिब सिंह जी विरक्त, ठाकुर निहाल सिंह जी अमृतसर, संत मस्तान सिंह जी मुकतसर, महंत गांधा सिंह जी बरनाला, महंत राम सिंह जी कबेरिए, ठाकुर गुरदयाल सिंह जी गंदियां वाले, पंडित फौजा सिंह जी मंडली वाले, महंत हीरा सिंह जी ठीकरी वाले, महंत सुधा सिंह जी दोदर, संत बाबा मल सिंह जी पंडोरी, जिन्हां दा मैं दस रहा कि साडी संप्रदा दे पिछोकड़ महापुरख होए हैं। महंत खड़क सिंह जी, महंत उत्तम सिंह जी लमिया, महंत जवाहर सिंह जी सकरोलापुर, महंत गुलाब सिंह जी बेर वाले, महंत मेवा सिंह जी लोहगढ़, महंत जगत सिंह जी डरौली, महंत गुलाब सिंह जी सियाले वाले, महंत देवा सिंह जी बल्लो के, महंत हरी सिंह जी लश्करी वाले। साध संगत है जेड़े तुसी स्थानां दे नाम सुन रहे हो ना,
आप देखो पंजाब ते पंजाब तो बाहर किथे किथे निर्मले महात्मा महापुरखों ने स्थान बनाए। ये नाल नाम तां दिते जा रहे कि पंजाब ते पंजाब तो बाहर दियां अदर स्टेटां विच ये श्री गुरु गोबिंद सिंह महाराज सच्चे पातशाह जी ने हजूर साहब तो असीसां दे के ना निर्मले महात्मा नूं भेजिया, जाओ मेरे पुत्रो धर्म का प्रचार सारे देश विच गुरु नानक सच्चे पातशाह के शब्द का प्रचार करो। सो इसलिए संत महंत जेड़े सारे नाम आप जी सरवण कर रहे हो, महंत दया सिंह जी मलक वाले, महंत गुरमुख सिंह जी रायपुर, महंत रूप सिंह जी बड़ी वाले, भूप सिंह जी, महंत नारायण सिंह जी शेखवा, महंत शबीर सिंह जी बलौंगी वाले आदि सैकड़े महापुरख परस्पर दीर्घ विचार द्वारा चारे कुंभ मेलियां ते अन्य तीर्थां उत्ते सिख धर्म के प्रचार वास्ते रहायश, लंगर के प्रबंध वास्ते श्री निर्मल पंचायती अखाड़ा की स्थापना करन दा प्रस्ताव किया गया। यह भी पास किया गया कि आ रहे हरिद्वार के कुंभ महापुरब उत्ते विधिवत श्री महंत नियत करके छावनी बनाई जाए। आए महंतां संतां गुरसिखां सदगृहस्थियां वास्ते हर तरह की सुख सुविधा बनाई जाए अते शाही कढ़ी जाए। शाही समझो कि जिवें नगर कीर्तन कढ़े जाते हैं। पहले असी कहते सी कि जलूस गुरु रामदास पातशाह जी का अवतार पुरब आया है, कलगीधर सच्चे पातशाह का शहीदी दिहाड़ा ज्योति जोत समाउण दिन आया है, बाबा दीप सिंह जी का शहीदी दिहाड़ा, फिर इन्हां ते असीं नगर कीर्तन करते हैं। इस तरह निर्मले महात्मा दियां शाहियां निकलदियां। जिन्ने जिन्ने पूजनीक महापुरख कुछ तो हज़ारां सैकड़े पैदल, कुछ हौदियां ते कुछ घोड़ियां ते बैठ के साथ संगत इस तरह संगत विच दर्शन दिदारे दिंदे। हुण भी इवें चलदा है। सो 1551 ईस्वी विच प्रयागराज की अर्धकुंभी ते निर्मल भेख वालों छावनी लाई गई, जिसके प्रबंध वास्ते संत जीवा सिंह जी अते संत रोचा सिंह जी आदि 4 संत नियत होए, जिन्हां ने मेले के सारे प्रबंध नूं योगता नाल निभाया। साध संगत मेला गल्ला ये ना समझ लियो बई जिवें लंगर ला के तो लंगर खा ले, नहीं नहीं। ये मेलियां दा मतलब सी कि महात्मा इकट्ठे हुंदे, गुरबाणी गुरमत का प्रचार हुंदा, आत्मक पद की चर्चा हुंदी, हज़ारां जग्यासू लोग कुंभां ते एकत्रित हुंदे, बड़े बड़े बीत राग विरक्त महात्मा विद्वानां दे विचार सुन के अपनी आत्मक स्थिति बनाउंदे। तो फिर लंगर प्रसाद तो गुरु नानक दे घर दा पंगत ते संगत की प्रथा है ही है ना, परंतु मेन मकसद सी कि गुरु नानक कलगीधर सच्चे पातशाह की सिक्खी का प्रचार करन दा मूल मकसद सी। इस समय सुहाने वाले सरदारां ने प्रेम पूर्वक सेवा की। देखो पुराने उन्होंने कर्मां विच भी साध संगत नाम आया कि फलाने सरदारां ने सेवावां कीतियां। भागां वाले होणगे साध संगत एडे एडे विद्वान महात्मा निर्मलिया महापुरखां दे दर्शन किते होणगे। अज भी उन्होंने परिवारां विच गुरसिੱਖੀ झलकदी होएगी। संमत 1912 1855 ईस्वी विच हरिद्वार का कुंभ आ गया, जिसते निर्मल भेख दे महापुरख उत्साह नाल पुजे। सबत सरोवर छावनी कायम की गई। श्री गुरु ग्रंथ साहिब जी लई उच्चा मंच बनाया गया, केसरी निशान साहिब खड़ा किया गया, लंगर की शानदार प्रबंध किया गया। इस कुंभ मेले ते सारे भेख दे बीत राग महात्मा संत महंत पंडित विद्वान धूमधाम नाल पुजे, जिन्हां विच श्रीमान बाबा महताब सिंह जी जिन्हां दे आप जी नूं दर्शन करवाए हैं, विरक्त संत बाबा तारा सिंह जी, महंत निहाल सिंह जी, संत बहाल सिंह जी,
संत सौण सिंह जी, ठाकुर दयाल सिंह जी अमृतसर, महंत गांधा सिंह जी बरनाला, महंत बूटा सिंह जी, शायद जिहड़ा नाम संत तारा सिंह जी है सत्कारयोग साडे पिता जी का नाम है उस टाइम ते, क्योंकि कम से कम भी उन्होंने एक सदी तो पूरी हो चुकी है। ठाकुर दयाल सिंह जी अमृतसर, महंत गांधा सिंह जी बरनाला, महंत बूटा सिंह जी खुड्डा, पंडित श्याम सिंह जी मंगवाल, महंत हीरा सिंह जी ठीकरी वाले, महंत नारायण सिंह जी शेखवा, संत गुलाब सिंह जी, महंत साधु सिंह जी, महंत मल सिंह जी पंडोरी अते महंत सरदूल सिंह जी भंगाणे वाले, संत अछरा सिंह जी लाहौर आदि के महात्मा इकट्ठे हुए। लाहौर तो भी महात्मा आए। एक दिन श्री निर्मल पंचायती खड़ा बनाने श्री मंद कायम करने वास्ते विशेष इकत्तरता का समा नियत किया गया। नियत दिन ते देश भर के मुखी मन संत विद्वान विरक्त एकत्रित होए। निर्मल पंचायती अखाड़े की स्थापना का, श्रीमंत की चोण का, ध्वजा केसरी निशान खड़ा करने का ते प्रवेशशाही का दिन नियत करके इस शुभ इतिहासक कार्य की सफलता लई श्री गुरु ग्रंथ साहिब महाराज जी का अखंड पाठ रखा गया। अखंड पाठ की समाप्ति तो बाद अरदास की श्रीमान संत ठाकुर दयाल सिंह जी अमृतसर वालिया ने, ये बड़े उच्च कोटि के महात्मा सन। महावाक महंत हीरा सिंह जी ठीकरी वालिया ने लिया। काफ़ी सोच विचार तो उपरंत विरक्त श्रोमणी श्रीमान 108 संत बाबा महताब सिंह जी का नाम श्री महंत लई बोलिया गया। सब तो पहले महापुरख संत बाबा महताब सिंह जी श्रीमंत साहब होए। उत्थों दे नाम बोलन की देर सी प्रवानगी विच सत श्री अकाल दे जकारियां ने नगारियां अते रण सिंघियां दी गणघोर ने आकाश गुंजा दिता। मतलब कि सब नूं एक खुशी हुई कि साडे सब तो पहले महात्मा महापुरख इन्ने उच्च कोटि दे विद्वान और इन्ने विरक्त नाम भजनीक वाले, इन्हां दा नाम बोलिया गया। सो बाबा जी ने खड़े होकर निमरता नाल सरबत नूं चुप कराया। फिर हथ जोड़ के सुनिमर प्रार्थना की कि मैं सारे भेख दा ऋणी हाँ। बाबा महताब सिंह जी ने, जिसने मैनू मुख सेवा वास्ते चुनिया है, पर हुण मेरी विरध अवस्था है। निर्विरती विच बड़ा सुख देखिया, क्योंकि सारी जिंदगी विरक्त रहे। हुण किरपा करके मैनू प्रवृत्ति विच ना पाओ। प्रवृत्ति दुखों का कारण है। इस विच अनेक तरह दीयां इच्छावां कामनावां वधणियां, संतोख भी उठ जाएगा। संतोषेण बिना प्रभावेण पदम प्राप्त नोति सर्वेजन। इस तरह अपमान भी होवेगा। जो अवस्था मेरी होना, इसनूं इसे तरह ही बनी रहन दिओ। इस वास्ते मेरी बजाय किसी विद्वान व्यवहार कुशल नौजवान महात्मा नूं इस पदवी ते बिठाओ। किन्ने किन्ने त्यागी सन। अज देखो कई असी स्थानां डेरियां दीयां लड़ाइयां करदे, मेरा है। उन्हां महात्मा नूं साध संगत एडे एडे स्थानां दी सेवा दिती गई। जिहड़ा समा इन्ना बड़ा साध संगत सादगी वाला सी, पर महात्मा किन्ने सादगी वाले सन कि कहंदे ने असी प्रवृत्ति तो की लेना। गुरबाणी का वचन है, त्याग दई तो चरनी आए पई। जे असी माया का त्याग करते हैं, शौहरत का त्याग करते हैं, परमात्मा दुगनी भेजदा। जे तू मेरा होए रहे ते सब जग तेरा होवे। सो सारे महापुरख आप जी दे मनो त्याग भावना सुन के आश्चर्य हो गए। फिर भी सियाणे सियाणे महापुरखा ने निमरता पूर्वक हाथ जोड़ के बेनती की थी, महाराज आप जी का कथन सत है, पर भेख की वृद्धि दे वास्ते, गुरबाणी दे प्रचार वास्ते, गुरु नानक देव जी दे घर की सेवा अते पर उपकार वास्ते
ਇਹ ਸੇਵਾ ਆਪ ਜੀ ਨੂੰ ਪ੍ਰਵਾਨ ਕਰਨੀ ਹੀ ਪਈ। ਇਸ ਪਵਿੱਤਰ ਪਦਵੀ ਤੇ ਜਪ ਤਪ ਸਿਮਰਨ ਵਾਲੀ ਪਾਵਨ ਆਤਮਾ ਸੁਭਾਏਮਾਨ ਹੋਵੇ ਤਾਂ ਭੇਖ ਦੀ ਸ਼ੋਭਾ ਹੁੰਦੀ। ਮਹਾਂਪੁਰਖਾਂ ਦੀ ਸੰਪत्ति ਹੀ ਪਰ ਉਪਕਾਰ ਹੈ। ਇਸ ਵਾਸਤੇ ਆਪ ਸਾਰੇ ਭੇਖ ਦੀ ਪ੍ਰਾਰਥਨਾ ਅਸਵੀਕਾਰ ਨਹੀਂ ਕਰੋਗੇ। ਭੇਖ ਦੇ ਮਹਾਂਪੁਰਖਾਂ ਵੱਲੋਂ ਇਹ ਵਿਚਾਰ ਸੁਣ ਕੇ ਆਪ ਜੀ ਨੇ ਸਿਰ ਨਿਵਾ ਦਿੱਤਾ ਅਤੇ ਆਕਾਸ਼ ਮੁੜ ਜਕਾਰਿਆਂ ਨਾਲ ਗੂੰਜ ਉੱਠਿਆ। ਇੱਕ ਸੁੰਦਰ ਸਿੰਘਾਸਣ ਸਜਾ ਕੇ ਆਪ ਜੀ ਨੂੰ ਉੱਪਰ ਬਿਠਾ ਦਿੱਤਾ ਗਿਆ। ਦੂਸਰੇ ਕੈਮਰੇ ਦਾ ਵੀ ਦਰਸ਼ਨ ਕਰਵਾਓ। ਇੱਕ ਸੁੰਦਰ ਸਿੰਘਾਸਣ ਸਜਾ ਕੇ ਆਪ ਜੀ ਨੂੰ ਉੱਪਰ ਬਿਠਾ ਦਿੱਤਾ ਗਿਆ। ਇਹ ਨੇ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਮਹਿਤਾਬ ਸਿੰਘ ਜੀ ਮਹਾਂਪੁਰਖ, ਜੋ ਕਿ ਪਹਿਲੇ ਸ਼੍ਰੀ ਮਹੰਤ ਸਾਹਿਬ ਜੀ ਹੋਏ ਨੇ ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਤੋਂ। ਨਿਰਮਲ ਪੰਥ ਵੱਲੋਂ ਸ਼੍ਰੀਮਾਨ ਦੀ ਪੱਗ ਦਿੱਤੀ ਗਈ। ਸਾਰੇ ਸੰਤਾਂ ਮਹਾਂਪੁਰਖਾਂ ਵਿਰਕਤਾਂ ਨੇ ਮਹੰਤ ਜੀ ਨੂੰ ਨਮਸਕਾਰਾਂ ਕੀਤੀਆਂ ਤੇ ਪੂਜਾ ਕੀਤੀ। ਨਿਰਮਲ ਪੰਥ ਦਰਸ਼ਨ ਹਿੱਸਾ ਪੰਨਾ 309 11 ਛਾਪ ਪਹਿਲੀ ਮਹੰਤ ਦਿਆਲ ਸਿੰਘ ਜੀ ਲਾਹੌਰ। ਸੋ ਖੈਰ ਅਖਾੜੇ ਦਾ ਨਾਮ ਸ਼੍ਰੀ ਨਿਰਮਲ ਪੰਚਾਇਤੀ ਅਖਾੜਾ ਰੱਖਿਆ ਗਿਆ। ਕਨਖਲ ਵਿੱਚ ਕਾਰਿਆਲਿਆ ਬਣਾਇਆ ਗਿਆ ਤੇ ਮਰਿਆਦਾ ਪੱਤਰ ਲਿਖਿਆ ਗਿਆ। ਨਿਯਮ ਇਹ ਬਣਾਇਆ ਗਿਆ ਕਿ ਸਾਰੇ ਕੁੰਭ ਮੇਲਿਆਂ ਤੋਂ ਇਲਾਵਾ ਕੁਰੂਕਸ਼ੇਤਰ, ਫਲਗੂ, ਪਹੋਵਾ, ਅੰਮ੍ਰਿਤਸਰ, ਅਨੰਦਪੁਰ ਸਾਹਿਬ, ਮੁਕਤਸਰ, ਸ੍ਰੀ ਦਮਦਮਾ ਸਾਹਿਬ, ਗੁਰੂ ਕੀ ਕਾਂਸ਼ੀ ਤੀਰਥਾਂ ਤੇ ਗੁਰੂ ਨਾਨਕ ਦੇ ਮਤ ਦਾ ਪ੍ਰਚਾਰ ਕਰਨਾ। ਦੇਖੋ ਸਾਧ ਸੰਗਤ ਮਰਿਆਦਾ ਕੀ ਬਣਾਈ ਹੈ। ਅੱਜ ਕਹਿੰਦੇ ਨਿਰਮਲੇ ਸੰਤ ਕੌਣ ਨੇ? ਮੂਲ ਮਕਸਦ ਰੱਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਤ ਦਾ ਪ੍ਰਚਾਰ ਕਰਨਾ। ਨਾਨਕ ਪੰਥੀ ਅਤੇ ਗੁਰਸਿੱਖਾਂ ਵਾਸਤੇ ਆਪ ਜੀ ਨੇ ਦੇਖਿਆ ਕਿ ਇਤਿਹਾਸਕ ਸਾਰੇ ਤੀਰਥਾਂ ਤੇ ਇਹ ਸਮਿਆਂ ਅਨੁਸਾਰ ਵੱਡੇ ਵੱਡੇ ਸ਼ਤਾਬਦੀਆਂ ਪ੍ਰੋਗਰਾਮਾਂ ਤੇ ਗੁਰਮਤਿ ਦਾ, ਗੁਰੂ ਨਾਨਕ ਦੇ ਘਰ ਦਾ, ਗੁਰਸਿੱਖੀ ਦਾ ਪ੍ਰਚਾਰ ਕਰਨਾ। ਸੋ ਗੁਰਸਿੱਖਾਂ ਵਾਸਤੇ ਰਹਿائش ਲੰਗਰ ਦਾ ਪ੍ਰਬੰਧ ਕਰਨਾ ਆਦਿਕ ਅਖਾੜੇ ਦਾ ਪ੍ਰਮੁੱਖ ਉਦੇਸ਼ ਹੋਵੇਗਾ। ਤੇ ਇਸ ਖੁਸ਼ੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੂਸਰਾ ਇੱਕ ਹੋਰ ਅਖੰਡ ਪਾਠ ਕੀਤਾ ਗਿਆ। ਖੱਟ ਦਰਸ਼ਨ ਸਾਧੂ ਸਮਾਜ ਨੂੰ ਪੱਕਾ ਭੰਡਾਰਾ ਦਿੱਤਾ ਗਿਆ। ਖੱਟ ਦਰਸ਼ਨ ਸਾਧੂ ਸਮਾਜ ਵੱਲੋਂ ਵਿਧੀਵਤ ਸ੍ਰੀ ਨਿਰਮਲ ਪੰਚਾਇਤੀ ਅਖਾੜੇ ਨੂੰ ਮਾਨਤਾ ਦਿੱਤੀ ਗਈ। ਮਸੌਦਾ ਦਸਤੂਰ ਉਲ ਅਮਲ ਦਫਾ 9 ਸਾਲ 1919 ਬਿਕਰਮੀ ਦੇ ਸਰਕਾਰੀ ਰਿਕਾਰਡ ਅਨੁਸਾਰ ਅਖਾੜੇ ਦਾ ਨਾਮ ਪੰਚਾਇਤੀ ਅਖਾੜਾ ਨਿਰਮਲਾ ਹੈ। ਪਰ ਨਿਰਮਲ ਭੇਖ ਦੇ ਮਹਾਂਪੁਰਖਾਂ ਨੇ ਦਸਤੂਰ ਉਲ ਅਮਲ ਤੋਂ 8 ਵਰਸ਼ ਪਹਿਲਾਂ 1912 ਬਿਕਰਮੀ 1855 ਈਸਵੀ ਵਿੱਚ ਹਰਿਦੁਆਰ ਦੇ ਮਹਾਕੁੰਭ ਪਰਬ ਤੇ ਵਿਧੀਵਤ ਅਖਾੜਾ ਸਥਾਪਿਤ ਕਰ ਦਿੱਤਾ ਸੀ। ਸ਼੍ਰੀਮਾਨ ਦੀ ਚੋਣ ਕੀਤੀ ਗਈ। ਉਸ ਸਮੇਂ ਨਿਰਮਲ ਭੇਖ ਦੇ ਮਹਾਂਪੁਰਖਾਂ ਨੇ ਸਰਬਸੰਮਤੀ ਨਾਲ ਅਖਾੜੇ ਦਾ ਨਾਮ ਸ਼੍ਰੀ ਨਿਰਮਲ ਪੰਚਾਇਤੀ ਅਖਾੜਾ ਪ੍ਰਵਾਨ ਕੀਤਾ। ਸੋ ਸ਼੍ਰੀਮਾਨ ਜੀ ਦਾ ਯਸ਼ ਸੁਣ ਕੇ ਇਸ ਕੁੰਭ ਤੇ ਮਹਾਰਾਜਾ ਨਰਿੰਦਰ ਸਿੰਘ ਪਟਿਆਲਾਪਤੀ ਨੇ 5000 ਰੁਪਏ ਸਰਦਾਰ ਮੱਖਣ ਸਿੰਘ ਰਾਹੀਂ ਲੰਗਰ ਵਾਸਤੇ ਭੇਜੇ। ਹੋਰ ਵੀ ਬਹੁਤ ਸਾਰੇ ਸਿੱਖ ਸਰਦਾਰਾਂ ਨੇ ਸੇਵਾ ਵਿੱਚ ਹਿੱਸਾ ਪਾਇਆ। ਇਸ ਤਰ੍ਹਾਂ ਨਿਰਮਲ ਪੰਥ ਦਾ ਇਤਿਹਾਸਕ ਕੁੰਭ ਉਤਸ਼ਾਹ ਪੂਰਵਕ ਸਮਾਪਤ ਹੋਇਆ। ਪਾਠਕਾਂ ਨੂੰ ਯਾਦ ਹੋਵੇਗਾ ਕਿ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 15-16 ਨਵੰਬਰ 1920 ਈਸਵੀ ਨੂੰ ਹੋ ਚੁੱਕੀ ਸੀ, ਪਰ ਗੁਰਦੁਆਰਾ ਐਕਟ ਬਿੱਲ 1625 ਈਸਵੀ ਵਿੱਚ ਪਾਸ ਹੋਇਆ ਸੀ। ਗੁਰਦੁਆਰਾ ਐਕਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਗੁਰਦੁਆਰਾ ਸੈਂਟਰਲ ਬੋਰਡ ਹੈ, ਪਰ
ਲਿਖਾ ਪੜ੍ਹੀ ਵਿੱਚ ਗੁਰਦੁਆਰਾ ਸੈਂਟਰਲ ਬੋਰਡ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਮਾਣਿਤ ਪ੍ਰਚਲਿਤ ਹੈ। ਇਹ ਸਥਿਤੀ ਸ਼੍ਰੀ ਨਿਰਮਲ ਪੰਚਾਇਤੀ ਅਖਾੜੇ ਦੀ ਸੀ। ਮਹੰਤ ਗਣੇਸ਼ਾ ਸਿੰਘ ਜੀ ਨਿਰਮਲ ਭੇਖ ਦੇ ਇਤਿਹਾਸ ਨਿਰਮਲ ਭੂਸ਼ਣ ਸੰਮਤ 1994 ਬਿਕਰਮੀ ਦੇ ਪਹਿਲੇ ਸੰਸਕਰਣ ਵਿੱਚ ਪੰਚਾਇਤੀ ਅਖਾੜਾ ਨਿਰਮਲਾ ਦਾ ਨਾਮ ਧਰਮ ਧਵਜਾ ਪੰਚਾਇਤੀ ਅਖਾੜਾ ਨਿਰਮਲਾ ਲਿਖਿਆ ਹੈ। ਸੋ ਮਹਾਰਾਜਾ ਭਰਪੂਰ ਸਿੰਘ ਜੀ ਨਾਭਾ ਨਰੇਸ਼ ਦੀ ਸਮੇਂ ਆਏ ਹੋਏ ਸਨ, ਜੋ ਕਥਾ ਕੀਰਤਨ ਸਰਵਣ ਕਰਦੇ ਰਹੇ। ਅਖਾੜੇ ਨੂੰ ਭੰਡਾਰਾ ਕੀਤਾ ਤੇ ਖੁੱਲੀ ਪੂਜਾ ਕੀਤੀ। ਅਟਾਰੀ ਵਾਲੇ ਸਰਦਾਰ ਕਾਹਨ ਸਿੰਘ ਜੀ ਅਤੇ ਸੰਧਾਂ ਵਾਲੀਏ ਸਰਦਾਰ ਸ਼ਮਸ਼ੇਰ ਸਿੰਘ ਜੀ ਨੇ ਵੀ ਭੰਡਾਰੇ ਕੀਤੇ, ਪੂਜਾ ਕਰਕੇ ਖੁਸ਼ੀਆਂ ਲੈਂਦੇ ਰਹੇ। ਪਹਿਲੀ ਵਾਰ ਨਿਰਮਲ ਪੰਚਾਇਤੀ ਅਖਾੜੇ ਦਾ ਖੱਟ ਦਰਸ਼ਨ ਸਾਧੂ ਸਮਾਜ ਤੇ ਸਿੱਕਾ ਬੈਠ ਗਿਆ। ਲੰਗਰ ਰਹਾਇਸ਼ ਕਥਾ ਕੀਰਤਨ ਦਾ ਸਾਰੇ ਅਖਾੜਿਆਂ ਨਾਲੋਂ ਅੱਛਾ ਤੇ ਸਾਫ ਸੁਥਰਾ ਪ੍ਰਬੰਧ ਪ੍ਰਾਰੰਭ ਹੋਇਆ। ਸੋ ਇਹ ਸੀ ਨਿਰਮਲ ਪੰਚਾਇਤੀ ਅਖਾੜੇ ਦਾ ਸ਼ੁਰੂਆਤੀ ਇਤਿਹਾਸ। ਸੋ ਅਗਲਾ ਇਤਿਹਾਸ ਜਿਹੜੇ ਪਹਿਲੇ ਸ਼੍ਰੀ ਮਹੰਤ ਮਹਾਂਪੁਰਖ ਸਤਿਕਾਰਯੋਗ ਸ਼੍ਰੀਮਾਨ ਬਾਬਾ ਮਹਿਤਾਬ ਸਿੰਘ ਜੀ, ਉਹਨਾਂ ਦੀ ਜੀਵਨੀ ਆਪ ਜੀ ਕੱਲ 3:30 ਤੋਂ 4:30 ਵਜੇ ਦੇ ਦਰਮਿਆਨ ਸਰਵਣ ਕਰੋਗੇ। ਟਾਈਮ ਪੂਰਾ ਹੋ ਚੁੱਕਾ ਹੈ। ਆਪ ਬੜੇ ਪਿਆਰ ਨਾਲ ਦੇਸ਼ ਵਿਦੇਸ਼ ਸੰਗਤਾਂ ਉਪਰਾਲਾ ਕਰਦੇ ਹੋ ਕਿ ਜਿੱਥੇ ਆਪ ਜੁੜਦੇ ਹੋ ਉੱਥੇ ਹੋਰ ਨਾ ਹਜ਼ਾਰਾਂ ਲੋਕਾਂ ਨੂੰ ਆਪ ਜੀ ਜੋੜਦੇ ਹੋ। ਸਾਧ ਸੰਗਤ ਤੇ ਸਾਡਾ ਸਭ ਦਾ ਪਿਛੋਕੜ ਹੈ। ਇਹ ਇਕੱਲਾ ਸਾਡੇ ਸਾਧੂ ਲੋਕਾਂ ਦਾ ਨਹੀਂ ਹੈ, ਇਹ ਸਾਰੇ ਸਿੱਖ ਧਰਮ ਦਾ ਪਿਛੋਕੜ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਰਿਆਂ ਦੇ ਸਾਂਝੇ ਨੇ। ਈਵਨ ਕਿ ਸਿੱਖਾਂ ਦੇ ਹੀ ਨਹੀਂ, ਇਹ ਤੇ ਸਾਰੀ ਮਖਲੂਕਾਤ ਦੇ ਸਾਂਝੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਰਜਮੇ ਪ੍ਰਿਆ ਔਰ ਅਨੇਕਾਂ ਟੀਕੇ ਇਹਨਾਂ ਮਹਾਤਮਾ ਨੇ ਕੀਤੇ। ਇਹ ਸ਼੍ਰੰਖਲਾ ਲੰਮੇ ਸਮੇਂ ਤੋਂ ਚੱਲੀ, ਹੁਣ ਵੀ ਇਸੇ ਤਰ੍ਹਾਂ ਸੇਵਾਵਾਂ ਆਪ ਜੀ ਦੇ ਸਨਮੁਖ ਕਰ ਰਹੀ ਹੈ ਸੰਗਤਾਂ ਦੀਆਂ। ਸੋ ਇਹ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਨਿਰਮਲ ਪੰਥ ਦੀ ਗੌਰਵ ਗਾਥਾ, ਜੋ ਕਿ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਕੋਠਾ ਗੁਰੂ ਮਹਾਂਪੁਰਖਾਂ ਨੇ ਇਕੱਤਰਤ ਕਰਕੇ ਇਸ ਮਹਾਨ ਪੁਸਤਕ ਦੀ ਰਚਨਾ ਕੀਤੀ। ਮੈਂ ਬਾਰ-ਬਾਰ ਇਹ ਗੱਲ ਕਹੀ ਹੈ, ਕਿਉਂ ਲੱਗਦਾ ਕਿ ਜਿਵੇਂ ਕੁੱਜੇ ਵਿੱਚ ਸਮੁੰਦਰ ਪਾ ਦਿੱਤਾ। ਸੋ ਆਪ ਜੀ ਵਡਭਾਗੇ ਹੋ, ਆਪਣਾ ਪਿਛੋਕੜ ਉਹਨਾਂ ਮਹਾਂਪੁਰਖਾਂ ਦੇ ਇਤਿਹਾਸ ਨੂੰ ਸਰਵਣ ਕਰ ਰਹੇ ਹੋ। ਸਾਰੇ ਧੰਨਤਾ ਦੇ ਯੋਗ ਹੋ। ਜਿੰਨੀ ਸੰਗਤ ਇੱਥੇ ਬੈਠੀ ਹੈ ਜਾਂ ਆਪ ਜੀ ਲਾਈਵ ਸੁਣ ਰਹੇ ਹੋ, ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ। ਇਹ ਨਿਰਮਲ ਕੁਟੀਆ ਸ਼ਾਹਪੁਰ ਤਰਨਤਾਰਨ ਸਾਹਿਬ ਜੀ ਵੱਲੋਂ ਪਹਿਲੀ ਵਾਰ ਉਪਰਾਲਾ ਕੀਤਾ ਗਿਆ ਹੈ ਕਿ ਸਾਰੇ ਦਾ ਸਾਰਾ ਨਿਰਮਲ ਪੰਥ ਦੀ ਗੌਰਵ ਗਾਥਾ ਦਾ ਇਹ ਮਟੀਰੀਅਲ YouTube ਵਿੱਚ ਸੇਵ ਰਹੇ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜੋ ਹਨ ਉਹ ਹਮੇਸ਼ਾ ਇਹਦੇ ਤੋਂ ਦਿਸ਼ਾ ਨਿਰਦੇਸ਼ ਲੈਂਦੀਆਂ ਰਹਿਣ। ਇਤਨੇ ਬਚਨਾਂ ਨਾਲ ਸੰਪੂਰਨਤਾ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭੁੱਲਾਂ ਦੀ ਖਿਮਾ। ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।